5 7 ਬੱਚੇ ਦੇ ਕੇ ਨਾ ਹਥਨੀ ਨੂੰ ਜਾ ਕੇ ਆਂਦੀ ਹੈ ਤੇਰਾ ਕੀ ਬਣਿਆ, ਆਪਾਂ ਇਕੱਠੇ ਹੀ ਤਾਂ ਸੂਣ ਵਾਲੇ ਹੋਏ ਆ। ਇੱਕ ਗੱਲ ਸੁਣਾ ਦਿੰਨੇ ਆ। ਇਹਨਾਂ ਇੱਕ ਖਰਗੋਸ਼ ਨਹੀਂ ਹੁੰਦੀ ਤੇ ਇੱਕ ਹਥਨੀ ਹੁੰਦੀ ਹੈ। ਇਹ ਗੱਲ ਨਾਜ਼ਰੀਨ ਬੜੇ ਗੌਰਵ ਫਿਕਰ ਦੇ ਨਾਲ ਸੁਣਿਆ ਜੇ। ਇਹਦੇ ਵਿੱਚ ਸਬਕ ਵੀ ਏ ਤੇ ਬੜੀ ਮਜ਼ੇਦਾਰ ਕਹਾਣੀ ਹੈ। ਪੰਜਾਬੀ ਦੇ ਲੋਕ ਇਹਨੂੰ ਸਮਝ ਸਕਦੇ ਨੇ। ਜਿਹੜੇ ਇੰਡੀਆ ਦੇ ਮੇਰੇ ਭਾਈ ਨੇ, ਮੈਂ ਮਾਜ਼ਰਤ ਕਰਨਾ, ਉਹਨਾਂ ਨੂੰ ਪੰਜਾਬੀ ਦੀ ਸਮਝ ਨਹੀਂ ਆਉਂਦੀ। ਬਹਰਹਾਲ ਇਹ ਮਜਬੂਰੀ ਹੈ ਕਿ ਇਹ ਪੰਜਾਬੀ 'ਚ ਹੀ ਸੁਣਾਈ ਜਾ ਸਕਦੀ ਹੈ, ਕਿਉਂਕਿ ਮੈਂ ਆਪਣੇ ਵੱਡਿਆਂ ਕੋਲੋਂ ਪੰਜਾਬੀ 'ਚ ਹੀ ਸੁਣੀ ਹੈ ਜੀ। ਉਹ ਨਾ ਇੱਕ ਖਰਗੋਸ਼ਣੀ ਹੁੰਦੀ ਹੈ ਤੇ ਇੱਕ ਹਥਨੀ ਹੁੰਦੀ ਹੈ। ਇਹ ਦੋਵੇਂ ਇੱਕੋ ਵਕਤ ਤੇ ਨਾ ਸੂਣ ਵਾਲੇ ਹੋ ਜਾਂਦੀਆਂ ਨੇ, ਹਾਮਲਾ ਹੋ ਜਾਂਦੀਆਂ ਨੇ, ਪ੍ਰੈਗਨੈਂਟ ਹੋ ਜਾਂਦੀਆਂ। ਹੁਣ ਤੁਹਾਨੂੰ ਪਤਾ ਹੈ ਕਿ ਜਿਹੜੀ ਖਰਗੋਸ਼ਣੀ ਹੈ ਨਾ, ਇਹ ਮਹੀਨੇ ਬਾਅਦ ਸੂ ਪੈਂਦੀ ਹੈ, ਚੰਨ ਦੇ ਚੰਨ 4 5 ਬੱਚੇ ਦੇ ਦਿੰਦੀ ਹੈ। ਤੇ ਜਿਹੜੀ ਹਥਨੀ ਹੈ ਇਹ 1.5 ਤੋਂ 2 ਸਾਲ ਲੈ ਜਾਂਦੀ ਹੈ। ਇਹ ਉਹ ਵਾਹਦ ਜਾਨਵਰ ਹੈ ਜਿਹੜਾ ਸਭ ਜਾਨਵਰਾਂ ਨਾਲੋਂ ਲੇਟ ਸੌਂਦਾ ਹੈ। ਉਹ 5 7 ਬੱਚੇ ਦੇ ਕੇ ਨਾ ਹਥਨੀ ਨੂੰ ਜਾ ਕੇ ਆਂਦੀ ਹੈ ਤੇਰਾ ਕੀ ਬਣਿਆ, ਆਪਾਂ ਇਕੱਠੇ ਹੀ ਤਾਂ ਸੂਣ ਵਾਲੇ ਹੋਏ ਆ। ਉਹਨੇ ਆਖਿਆ ਮੇਰਾ ਇਹ ਕੁਛ ਵੀ ਨਹੀਂ ਬਣਿਆ। ਉਹਨੇ ਆਖਿਆ ਮੈਂ ਵੇਖ 5 7 ਬੱਚੇ ਦੇ ਆਈ ਆ। ਅੱਛਾ, ਉਹਨੇ ਹੈ ਕੋਈ ਗੱਲ ਨਹੀਂ, ਦੇ ਆਈ ਹੈ ਤੇ ਮੇਰਾ ਇਹ ਵਕਤ ਹੀ ਨਹੀਂ ਆਇਆ। ਉਹ ਫਿਰ ਦੂਸਰੇ ਮਹੀਨੇ 4 5 ਬੱਚੇ ਦਿੰਦੀ ਹੈ ਤੇ ਹਥਨੀ ਨੂੰ ਜਾ ਕੇ ਆਂਦੀ ਮੈਂ ਫਿਰ 5 ਬੱਚੇ ਦੇ ਆਈ ਹਾਂ, ਤੇਰਾ ਕੀ ਬਣਿਆ? ਉਹ ਆਂਦੀ ਕੁਛ ਵੀ ਨਹੀਂ ਬਣਿਆ। ਤੀਸਰੇ ਮਹੀਨੇ ਫਿਰ ਉਹ ਦੇ ਆਉਂਦੀ 7 8 ਬੱਚੇ। ਪੁੱਛਦੀ ਏ ਹਥਨੀ ਨੂੰ ਜਾ ਕੇ ਤੇ ਉਹ ਆਂਦੀ ਕੁਛ ਵੀ ਨਹੀਂ ਬਣਿਆ। ਉਹ ਹਰ ਮਹੀਨੇ ਨਾ 4 5 ਬੱਚੇ 2 3 ਬੱਚੇ ਦੇ ਕੇ ਤੇ ਹਥਨੀ ਨੂੰ ਜਾ ਕੇ ਪੁੱਛ ਲਵੇ ਕਰੇ। ਹਥਨੀ ਅੱਗੋਂ ਗੁੱਸੇ ਵੀ ਹੋਵੇ, ਨਾਰਾਜ਼ ਵੀ ਹੋਵੇ ਵੀ ਇਹ ਹਰ ਮਹੀਨੇ ਆ ਕੇ ਮੈਨੂੰ ਆਂਦੀ ਮੈਂ ਬੱਚੇ ਦੇ ਆਈ ਆ। ਉਹ ਜਨਾਬ 5 7 ਮਹੀਨਿਆਂ ਦੇ ਵਿੱਚ ਨਾ ਉਹਨੇ ਕੋਈ 25 ਤੋਂ 30 ਬੱਚੇ ਦੇ ਦਿੱਤੇ ਤੇ ਹਥਨੀ ਅਜੇ ਸੂਈ ਕੋ ਨਹੀਂ ਸੀ। ਤੇ 6ਵੇਂ ਮਹੀਨੇ ਜਾ ਕੇ ਨਾ ਤੇ ਹਥਨੀ ਨੂੰ ਆਂਦੀ ਤੇਰਾ ਕੀ ਬਣਿਆ, ਜਾ ਆਪਣਾ ਇਲਾਜ ਕਰਵਾ, ਜਾ ਟੈਸਟ ਕਰਵਾ, ਅਲਟਰਾਸਾਊਂਡ ਕਰਵਾ, ਕੋਈ ਤੂੰ ਖਾਲੀ ਨਾ ਹੋਵੇਂ, ਇਸੇ ਭੁਲੇਖੇ 'ਚ ਹੀ ਭਾਵੇਂ ਤੂੰ ਰਹਿ ਜਾਵੇਂ। ਉਹਨੇ ਆਖਿਆ ਮੈਨੂੰ ਆਪਣਾ ਪਤਾ ਹੈ, ਤੂੰ ਜਾ, ਮੈਨੂੰ ਗੁੱਸਾ ਨਾ ਚੜਾ, ਤੂੰ ਐਡੀ ਕਿ ਨਿੱਕੀ ਜਿਹੀ ਹੈਗੀ, ਮੈਂ ਤੈਨੂੰ ਪੈਰ ਥੱਲੇ ਦੇ ਕੇ ਮਾਰ ਦੇਣਾ ਜੇ ਤੂੰ ਮੈਨੂੰ ਗੁੱਸਾ ਚੜਾ ਰਹੀ ਹੈ। ਉਹ ਖਰਗੋਸ਼ ਨੇ ਆਖਣ ਲੱਗੀ ਨਹੀਂ ਤੂੰ ਆਪਣਾ ਇਲਾਜ ਕਰੋ। ਉਹਨੇ ਆਖਿਆ ਜਾ ਪਰਾਂ, ਮੈਨੂੰ ਆਪਣਾ ਪਤਾ ਹੈ, ਮੈਂ ਜਿਸ ਵਕਤ ਤੇ ਸੋਣਾ ਹੈ। ਉਹ ਜਨਾਬ ਅਗਲੇ ਮਹੀਨੇ ਫਿਰ ਉਹ ਬੱਚੇ ਦੇ ਕੇ ਆ ਗਏ। ਖਰਗੋਸ਼ਣੀ ਨੂੰ ਫਿਰ ਤੰਗ ਕਰਨ, ਉਹਨੂੰ ਹਥਨੀ ਨੂੰ ਫਿਰ ਤੰਗ ਕਰਨ ਲੱਗ ਪਈ। ਹਥਨੀ ਨੇ ਅੱਗੋਂ ਜਿਹੜਾ ਜਵਾਬ ਦਿੱਤਾ ਨਾ, ਉਹਨੇ ਆਖਿਆ ਤੂੰ ਦੇਣੀ ਏ ਨਿੱਕੇ ਨਿੱਕੇ ਤੇ ਅਸੀਂ ਤੇਰੇ ਵਰਗਿਆਂ ਨਿੱਕੇ ਨਿੱਕੇ ਨਹੀਂ ਦੇਣੇ। ਜਿਸਲੇ ਮੈਂ ਬੱਚਾ ਦਿੱਤਾ ਨਾ, ਜ਼ਮੀਨ ਤੇ ਡਿੱਗਾ ਤੇ ਜ਼ਮੀਨ ਨੂੰ ਪਤਾ ਲੱਗਣਾ ਹੈ ਕਿਸੇ ਵੱਡੇ ਜਾਨਵਰ ਨੇ ਬੱਚਾ ਸੁੱਟਿਆ। ਤੇ ਤੇਰੇ ਵਰਗਿਆਂ ਗਲੂਰਿਆਂ ਤਰ੍ਹਾਂ ਅਸੀਂ ਨਹੀਂ ਰਹਿੰਦੇ, ਯਾਨੀ ਜਿਵੇਂ ਤੂੰ ਨਿੱਕੇ ਨਿੱਕੇ ਦੇਈ ਫਿਰਨੀ ਹੈ ਨਾ, ਉਹ ਭਾਵੇਂ 70 ਵੀ ਦੇ ਆ ਤੇ ਉਹਨਾਂ ਦੀ ਵੈਲਿਊ ਨਹੀਂ, ਤੇ ਸਾਡੇ ਇੱਕ ਦੀ ਵੀ ਬੜੀ ਵੈਲਿਊ ਹੈ। ਜੰਗਲ ਦੇ ਵਿੱਚ ਪਤਾ ਲੱਗਣਾ ਹੈ ਕਿ ਕਿਸੇ ਜਾਨਵਰ ਨੇ ਬੱਚਾ ਦਿੱਤਾ ਹੈ। ਇਸ ਕਹਾਣੀ ਤੋਂ ਸਾਨੂੰ ਸਬਕ ਵੀ ਕੀ ਮਿਲਦਾ ਹੈ? ਸਬਕ ਇਹ ਮਿਲਦਾ ਜਨਾਬ ਕਿ ਤੁਸੀਂ ਆ ਜਿਹੜੇ ਛੋਟੇ ਛੋਟੇ ਲੋਕ ਹੁੰਦੇ ਨੇ ਨਾ, ਇਹਨਾਂ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਿਆ ਕਰੋ, ਘਬਰਾਇਆ ਨਾ ਕਰੋ। ਇਹ ਤੁਹਾਨੂੰ ਆਂਦੇ ਨੇ ਕਿ ਤੁਸੀਂ ਕਾਮਯਾਬ ਨਹੀਂ ਹੋਣਾ, ਤੁਸੀਂ ਕੋਸ਼ਿਸ਼ ਕਰਦੇ ਹੋ, ਮਿਹਨਤ ਕਰਦੇ ਹੋ, ਤੁਸੀਂ ਕਾਮਯਾਬ ਨਹੀਂ ਹੁੰਦੇ। ਉਹ ਨਿੱਕੀ ਪੋਸਟ ਤੇ ਹੋਣ ਦੇ ਬਾਵਜੂਦ ਤੁਹਾਨੂੰ ਗੱਲਾਂ ਕਰਦੇ ਨੇ, ਤੇ ਤੁਸੀਂ ਉਹਨਾਂ ਨੂੰ ਇਹ ਜਵਾਬ ਦਿਓ ਕਿ ਜਦੋਂ ਅਸੀਂ ਆਏ ਨਾ ਪੋਸਟ ਤੇ, ਜਦੋਂ ਅਸੀਂ ਆਏ ਨਾ ਮਕਾਮ ਤੇ ਉਦੋਂ ਪੂਰੇ ਜ਼ਮਾਨੇ ਨੂੰ ਪਤਾ ਲੱਗਣਾ ਹੈ ਕਿ ਅਸੀਂ ਕਿਸੇ ਮਕਾਮ ਤੇ ਆਏ। ਬਹਰਹਾਲ ਤੁਹਾਡੀ ਹਿੰਮਤ ਨਹੀਂ ਕਮਜ਼ੋਰ ਹੋਣੀ ਚਾਹੀਦੀ, ਤੁਹਾਡਾ ਹੌਸਲਾ ਨਹੀਂ ਕਮਜ਼ੋਰ ਹੋਣਾ ਚਾਹੀਦਾ। ਤੁਸੀਂ ਅੱਗੇ ਵਧੋ, ਅੱਲਾਹ ਤਾਲਾ ਤੁਹਾਡੀ ਮਦਦ ਫਰਮਾਏਗਾ। ਮਿਹਨਤ ਕਰਨੇ ਵਾਲੇ ਦੇ ਨਾਲ ਅੱਲਾਹ ਹੁੰਦਾ ਹੈ, ਤੇ ਮਿਹਨਤ ਕਰੋ, ਮਿਹਨਤ ਦਾ ਅਜਰ ਜ਼ਰੂਰ ਮਿਲਦਾ ਹੈ। ਇਸ ਕਹਾਣੀ ਤੋਂ ਸਾਨੂੰ ਇਹ ਸਬਕ ਮਿਲਦਾ ਹੈ। ਬੜੀ ਮਜ਼ੇਦਾਰ ਅੱਜ ਦੀ ਕਹਾਣੀ ਸੀ। ਤੇ ਨਾਜ਼ਰੀਨ ਇਸ ਦੇ ਬਾਰੇ ਕੀ ਰਾਏ ਰੱਖਦੇ ਨੇ, ਆਪ ਕਮੈਂਟਸ ਬਾਕਸ ਵਿੱਚ ਜਵਾਬ ਦਿਓ ਤੇ ਆਪਣੇ ਮੇਜ਼ਬਾਨ ਜ਼ੈਨ ਮਦਨੀ ਨੂੰ ਦਿਓ ਇਜਾਜ਼ਤ। ਮਿਲਨੇ ਆ ਇੱਕ ਨਈ ਵੀਡੀਓ ਦੇ ਨਾਲ। ਅੱਲਾਹ ਹਾਫਿਜ਼। ਔਰ ਆਖਰ ਤੇ ਕਹਾਂਗਾ ਕਿ ਸਾਡੇ ਇਸ ਚੈਨਲ ਨੂੰ
ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਇਹ ਨਵਾਂ ਮੈਂ ਚੈਨਲ ਬਣਾਇਆ ਹੈ, ਪੁਰਾਣਾ ਚੈਨਲ ਜਿਹੜਾ ਹੈ ਉਹ ਸਸਪੈਂਡ ਕਰ ਦਿੱਤਾ ਗਿਆ ਤੇ तमाम ਭਰਾ ਜਿਹੜੇ ਨੇ ਮੇਰੇ ਉਹ ਮੈਨੂੰ ਸਪੋਰਟ ਕਰੋ ਤਾਂ ਕਿ ਉਸੇ ਤਰ੍ਹਾਂ ਮੈਂ ਇਸੇ ਲੈਵਲ ਤੇ ਆ ਸਕਾਂ। ਬਹੁਤ ਸ਼ੁਕਰੀਆ।